ਉਹ ਅਸੂਲ ਕਿਹੜੇ ਨੇ? ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਇਹ ਆਖਿਆ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਸਿੱਖਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਨਾਮ ਦੇ ਨਾਲ ਜੁੜਨਾ ਤੇ ਫਿਰ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਦਾਨ ਦਸਵੰਧ ਦੇਣਾ। ਇਹ ਗੁਰਸਿੱਖ ਦੇ ਲਈ ਕੁਝ ਜ਼ਰੂਰੀ ਤੇ ਕੁਝ ਵੱਖਰੇ ਅਸੂਲ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ। ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਕੁਝ ਦੂਸਰੇ ਧਰਮਾਂ ਦੇ ਨਾਲੋਂ ਵੱਖਰੀ ਰਹਿਣੀ ਵੀ ਬਖਸ਼ਿਸ਼ ਕੀਤੀ, ਜਿਸ ਨੂੰ ਆਪਾਂ ਰਹਿਤ ਮਰਜ਼ਾਦਾ ਕਹਿੰਦੇ ਹਾਂ। ਔਰ ਉਹ ਪਹਿਲੀ ਰਹਿਤ ਮਰਜ਼ਾਦਾ ਇਹੀ ਸੀ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਤੋੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇਹ ਗੁਰਸਿੱਖ ਦੀ ਇੱਕ ਵੱਖਰੀ ਰਹਿਣੀ ਸੀ ਜੋ ਸਤਿਗੁਰੂ ਨੇ ਗੁਰਸਿੱਖ ਨੂੰ ਬਖਸ਼ੀ, ਕਿਉਂਕਿ ਸਿੱਖ ਧਰਮ ਦੀ ਸੁਤੰਤਰ ਹੋਂਦ ਨੂੰ ਕਾਇਮ ਰੱਖਣ ਦੇ ਲਈ ਗੁਰਸਿੱਖ ਦੇ ਲਈ ਵੱਖਰੀ ਰਹਿਤ ਬਣਾਉਣੀ ਵੀ ਅਤੀ ਜ਼ਰੂਰੀ ਸੀ। ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਫਿਰ ਮਹਾਨ ਪਰਉਪਕਾਰ ਕੀਤਾ, ਜੋ ਗੁਰੂ ਨਾਨਕ ਸਾਹਿਬ ਜੀ ਨੇ 9 ਸਤਿਗੁਰੂ ਸਾਹਿਬਾਨ ਨੇ ਮਹਾਨ ਕਾਲਨਾ ਘਾਲੀ, ਗੁਰਸਿੱਖ ਨੂੰ ਗੁਰਮਤਿ ਦੀ ਇੱਕ ਵੱਖਰੀ ਰਹਿਣੀ ਬਹਿਣੀ ਕਹਿਣੀ ਤੇ ਸਹਿਣੀ ਬਖਸ਼ਿਸ਼ ਕੀਤੀ, ਤੇ ਕਲਗੀਧਰ ਪਾਤਸ਼ਾਹ ਨੇ ਉਸ ਨੂੰ ਹਮੇਸ਼ਾ ਲਈ ਕਾਇਮ ਰੱਖਣ ਦੇ ਲਈ ਇੱਕ ਹੋਰ ਵੀ ਮਰਜ਼ਾਦਾ ਬਣਾ ਦਿੱਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਜਿਹੜਾ ਵੀ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਜਿਸ ਨੇ ਗੁਰਮਤਿ ਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਨੂੰ ਧਾਰਨ ਕੀਤਾ ਹੋਇਆ, ਬਈ ਉਸ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕ ਲੈਣਾ ਚਾਹੀਦਾ। ਠੀਕ ਹੈ, ਆਪਾਂ ਕਿਸੇ ਖੇਤ ਨੂੰ ਵਾਹੁੰਦੇ ਹਾਂ, ਸਵਾਰਦੇ ਹਾਂ, ਸੁਹਾਗਾ ਫੇਰਦੇ ਹਾਂ, ਬਹੁਤ ਅੱਛੀ ਗੱਲ ਹੈ। ਪਰ ਇੱਕ ਗੱਲ ਯਾਦ ਰੱਖੋ, ਜੇ ਹੁਣ ਕੋਈ ਜ਼ਿਮੀਂਦਾਰ ਆਪਣੀ ਪੈਲੀ ਨੂੰ ਵਾਹੀ ਜਾਂਦਾ ਹੈ, ਮਿਹਨਤ ਕਰੀ ਜਾਂਦਾ ਹੈ, ਤੇ ਉਸ ਦੇ ਵਿੱਚ ਕੋਈ ਬੀਜ ਨਹੀਂ ਬੀਜਦਾ, ਤੁਸੀਂ ਸਾਰੇ ਸਿਆਣੇ ਬੈਠੇ ਹੋ, ਮਨ ਵਿੱਚ ਵਿਚਾਰ ਕਰਕੇ ਦੇਖਣਾ, ਫਿਰ ਕੋਈ ਮਿਹਨਤ ਦਾ ਲਾਭ ਕੋਈ ਉਸ ਨੂੰ ਪ੍ਰਾਪਤ ਹੋ ਸਕਦਾ ਹੈ? ਜੇ ਅਸੀਂ ਹੋਰ ਦੇ ਸਾਰੇ ਗੁਰਮਤਿ ਦੇ ਦੱਸੇ ਕਰਮ ਕਰੀ ਜਾਂਦੇ ਹਾਂ, ਸੇਵਾ ਵੀ ਕਰਦੇ ਹਾਂ, ਸਿਮਰਨ ਵੀ ਕਰੀ ਜਾਂਦੇ ਹਾਂ, ਪਰਉਪਕਾਰ ਵੀ ਕਰਦੇ ਹਾਂ, ਪੁੰਨ ਦਾਨ ਵੀ ਕਰਦੇ ਹਾਂ, ਹੋਰ ਸੇਵਾ ਜੋ ਸਤਿਗੁਰੂ ਕਰਵਾਉਂਦੇ ਨੇ ਕਰੀ ਜਾਂਦੇ ਹਾਂ, ਇਹਦਾ ਇਹ ਮਤਲਬ ਨਹੀਂ ਇਹਦਾ ਫਲ ਨਹੀਂ ਮਿਲੇਗਾ। ਫਲ ਤੇ ਸਾਨੂੰ ਸਤਿਗੁਰੂ ਨੇ ਦੇਣਾ ਹੈ। ਜਿੰਨੀ ਵੀ ਕੋਈ ਸੇਵਾ ਕਰਦਾ ਹੈ, ਜਿਹੋ ਜੀ ਭਾਵਨਾ ਨਾਲ ਸੇਵਾ ਕਰਦਾ ਹੈ, ਸਤਿਗੁਰੂ ਦੇ ਬਚਨ ਹੈ, ਸਤਿਗੁਰੂ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਫਲ ਭਾਵਨਾ ਅਨੁਸਾਰ ਮਿਲਦੇ ਨੇ, ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜਿਹਾ ਭਾਉ ਤਿਹਾ ਫਲ ਪਾਈਐ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਤੈਨੂੰ ਸੇਵਾ ਦਾ ਫਲ ਵੀ ਮਿਲੇਗਾ, ਹੋਰ ਜੋ ਧਰਮ ਕਰਮ ਕਰੇਗਾ ਉਹਦਾ ਫਲ ਵੀ ਮਿਲੇਗਾ, ਪਰ ਜੇ ਤੂੰ ਸਤਿਗੁਰੂ ਦੀ ਪੂਰੀ ਪ੍ਰਸੰਨਤਾ ਹਾਸਲ ਕਰਨੀ ਹੈ, ਫਿਰ ਤੈਨੂੰ ਗੁਰੂ ਦਾ ਆ ਵੀ ਹੁਕਮ ਮੰਨਣਾ ਪਵੇਗਾ, ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਅੰਧ ਅਨੰਤਾ। ਇਹ ਵੀ ਬਚਨ ਤੈਨੂੰ ਮੰਨਣਾ ਪਵੇਗਾ। ਸੁਰ ਨਰ ਮਨ ਜਨ ਅੰਮ੍ਰਿਤ ਖੋਇ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ।
ਕਲਗੀਧਰ ਪਾਤਸ਼ਾਹ ਨੇ ਜਦੋਂ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਬਖਸ਼ੀ, ਦੂਜੇ ਭਾਈ ਗੁਰਦਾਸ ਨੇ ਉਸ ਵੇਲੇ ਜੋ ਸਤਿਗੁਰੂ ਨੇ ਹੁਕਮ ਕੀਤਾ ਉਸ ਨੂੰ ਕਾਲਮਬੰਦ ਕੀਤਾ ਸੀ, ਪੀਵੋ ਹੋ ਪਾਹੋ ਖੰਡ ਤਾਰ ਹੋਏ ਜਨਮ ਸੁਹੇਲਾ। ਇਹ ਆਖਰੀ ਮੋਹਰ ਸੀ। ਇਹ ਸਿੱਖੀ ਦੀ ਸੰਭਾਲ ਦੇ ਲਈ ਜ਼ਰੂਰੀ ਵੀ ਸੀ। ਜੇ ਕਲਗੀਧਰ ਪਾਤਸ਼ਾਹ ਐਸਾ ਨਾ ਕਰਦੇ ਤੇ ਸਿੱਖੀ ਦੀ ਨੁਹਾਰ ਦਿਖਾਈ ਨਹੀਂ ਸੀ ਦੇਣੀ, ਸਿੱਖ ਧਰਮ ਦੀ ਵੱਖਰੀ ਹੋਂਦ ਨਹੀਂ ਸੀ ਕਾਇਮ ਰਹਿ ਸਕਦੀ। ਕਲਗੀਧਰ ਪਾਤਸ਼ਾਹ ਨੇ ਸਿੱਖੀ ਨੂੰ ਇਹ ਅੰਮ੍ਰਿਤ ਦੀ ਪੇਂਦ ਇਸ ਲਈ ਚੜ੍ਹਾਈ ਹੈ ਕਿ ਇਹ ਜਿਹੜੀ ਸਿੱਖੀ ਹੈ ਇਹ ਇੱਕ ਐਸਾ ਬਿਰਸ਼ ਬਣ ਜਾਵੇ ਜਿਸ ਨੂੰ ਕੋਈ ਕੱਟ ਨਾ ਸਕੇ। ਕਲਗੀਧਰ ਪਾਤਸ਼ਾਹ ਨੇ ਖਾਲਸੇ ਪੰਥ ਦੀ ਸਿਰਜਣਾ ਕਰਨ ਦੇ ਸਮੇਂ ਸਿੱਖੀ ਦੀ ਪਰਖ ਕੀਤੀ, ਤਲਵਾਰ ਦੀ ਧਾਰ ਦੇ ਨਾਲ ਸਿੱਖੀ ਦੀ ਪਰਖ ਕੀਤੀ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਦੁਨੀਆ ਮੌਤ ਤੋਂ ਡਰਦੀ ਹੈ ਪਰ ਅਸੀਂ ਸਿੱਖਾਂ ਦੇ ਮਨ ਦੇ ਵਿੱਚੋਂ ਮੌਤ ਦਾ ਖੌਫ ਦੂਰ ਕਰਨਾ। ਜਿੰਨਾ ਚਿਰ ਤੱਕ ਮੌਤ ਦਾ ਖੌਫ ਦੂਰ ਨਹੀਂ ਹੋ ਜਾਂਦਾ, ਉਨਾ ਚਿਰ ਤੱਕ ਅਸੀਂ ਕੋਈ ਬਹੁਤੀ ਵੱਡੀ ਕੁਰਬਾਨੀ ਨਹੀਂ ਕਰ ਸਕਦੇ। ਸੇਵਾ ਤੇ ਕਰ ਸਕਦੇ ਹਾਂ ਪਰ ਕੋਈ ਕੁਰਬਾਨੀ ਨਹੀਂ ਕਰ ਸਕਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਗੁਰਸਿੱਖਾ ਠੀਕ ਹੈ ਤੂੰ ਸੇਵਾ ਵੀ ਕਰ, ਸਿਮਰਨ ਵੀ ਕਰ, ਪਰ ਯਾਦ ਰੱਖ ਜਦੋਂ ਲੋੜ ਪਵੇ ਧਰਮ ਦੀ ਖਾਤਰ, ਸਿੱਖੀ ਦੀ ਖਾਤਰ ਕੁਰਬਾਨੀ ਲਈ ਵੀ ਤਿਆਰ ਰਹਿਣਾ ਚਾਹੀਦਾ। ਇਹ ਕਲਗੀਧਰ ਪਾਤਸ਼ਾਹ ਨੇ ਕੁਰਬਾਨੀ ਦਾ ਜਜ਼ਬਾ ਪੈਦਾ ਕਰਨ ਦੇ ਲਈ ਸਾਡੇ ਲਈ ਇਹ ਅਸੂਲ ਬਣਾ ਦਿੱਤੇ। ਜਾਓ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰਸਿੱਖੀ ਦਾ ਮੁੱਢਲਾ ਅਸੂਲ ਇਹ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਕਲਗੀਧਰ ਪਾਤਸ਼ਾਹ ਨੇ ਜਦੋਂ ਸਿੱਖੀ ਨੂੰ ਤਲਵਾਰ ਦੀ ਧਾਰ ਦੇ ਨਾਲ ਪਰਖਿਆ ਤੇ ਪੰਜ ਸਿੱਖਾਂ ਨੇ ਸਤਿਗੁਰੂ ਨੂੰ ਸੀਸ ਭੇਟਾ ਕੀਤੇ। ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਇਹ ਬਚਨ ਕੀਤਾ ਸੀ, ਹੁਣ ਗੁਰੂ ਦਾ ਸਿੱਖ ਹਮੇਸ਼ਾ ਲਈ ਅਮਰ ਹੋ ਗਿਆ। ਹੁਣ ਇਹਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ, ਕਿਉਂਕਿ ਇਸ ਨੂੰ ਤਲਵਾਰ ਦੀ ਧਾਰ ਦੇ ਨਾਲ ਪਰਖਿਆ ਗਿਆ ਸੀ। ਤਲਵਾਰ ਦੀ ਧਾਰ ਹਮੇਸ਼ਾ ਲਈ ਜੀਵਨ ਦਾ ਖਾਤਮਾ ਕਰਦੀ ਸੀ, ਪਰ ਖਾਲਸੇ ਨੂੰ ਤਾਂ ਜੀਵਨ ਹੀ ਤਲਵਾਰ ਦੀ ਧਾਰ ਵਿੱਚੋਂ ਮਿਲਿਆ। ਇਹ ਕਲਗੀਧਰ ਪਾਤਸ਼ਾਹ ਦਾ ਇੱਕ ਬੜਾ ਹੀ ਅਜੀਬ ਕ੍ਰਿਸ਼ਮਾ ਸੀ ਔਰ ਉਹਨਾਂ ਨੇ ਸਿੱਖੀ ਦੀ ਧਾਰ ਦੇ ਨਾਲ ਸਿੱਖ ਨੂੰ ਪਰਖ ਕੇ ਕਹਿਣ ਲੱਗੇ, ਹੁਣ ਤੂੰ ਅਮਰ ਹੋ ਗਿਆ, ਤੈਨੂੰ ਹੁਣ ਮੌਤ ਨਹੀਂ ਮਾਰ ਸਕੇਗੀ। ਅੰਮ੍ਰਿਤ ਦਾ ਅਰਥ ਕੀ ਹੈ? ਅੰਮ੍ਰਿਤ ਦਾ ਅਰਥ ਜਿਹੜਾ ਮੌਤ ਤੋਂ ਰਹਿਤ ਕਰ ਦੇਵੇ, ਮੌਤ ਦੇ ਡਰ ਨੂੰ ਮਨ ਤੋਂ ਕੱਢ ਦੇਵੇ। ਇਹ ਐਸੀ ਅੰਮ੍ਰਿਤ ਦੀ ਦਾਤ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਤੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਸਿੱਖ ਨੂੰ ਇਹ ਹੁਕਮ ਕੀਤਾ ਸੀ, ਗੁਰਸਿੱਖਾ ਠੀਕ ਹੈ ਤੂੰ ਸੇਵਾ ਵੀ ਕਰ, ਸਿਮਰਨ ਵੀ ਕਰ, ਪਰਉਪਕਾਰ ਵੀ ਕਰ, ਹੋਰ ਜੋ ਕਰਨਾ ਕਰ, ਪਰ ਆਖੀਰ ਤੇ ਇਹ ਗੱਲ ਯਾਦ ਰੱਖਣੀ ਹੈ, ਸਿੱਖੀ ਦੀ ਮੰਜ਼ਿਲ ਇਹੀ ਹੈ। ਇੱਕ ਵਾਰ ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛਕਣਾ ਪਵੇਗਾ। ਇਹਦੇ ਨਾਲ ਤੇਰੇ ਤੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਹੋਣਗੀਆਂ, ਤੂੰ ਗੁਰੂ ਦਾ ਪੁੱਤਰ ਬਣ ਜਾਵੇਂਗਾ ਤੇ ਗੁਰੂ ਮਹਾਰਾਜ ਤੇਰੇ ਧਰਮ ਪਿਤਾ ਬਣ ਜਾਣਗੇ। ਇਹਦੇ ਨਾਲ ਸਾਡੀ ਸਿੱਖੀ ਜੀਵਨ ਦਾ ਜੋ ਆਖਰੀ ਪੜਾਅ ਹੈ ਉਹ ਵੀ ਹਾਸਲ ਹੋ ਜਾਂਦਾ ਹੈ। ਇਹ ਐਸੇ ਅਸੂਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਭਲੇ ਲਈ ਤੇ ਸਿੱਖੀ ਜੀਵਨ ਦੀ ਹਿਫਾਜ਼ਤ ਲਈ ਤੇ ਹਮੇਸ਼ਾ ਲਈ ਸਾਨੂੰ ਦੁਨੀਆ ਦੇ ਵਿੱਚ ਅਮਰ ਜੀਵਨ ਪ੍ਰਾਪਤ ਕਰਨ ਲਈ ਬਖਸ਼ਿਸ਼ ਕੀਤੇ ਹਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਵੀ ਆਪਣੇ ਮਨ ਵਿੱਚ ਵਿਚਾਰ ਕਰਨੀ ਚਾਹੀਦੀ ਹੈ ਬਈ ਜਿੱਥੇ ਮੈਂ ਹੋਰ ਸਾਰਾ ਕੁਝ ਕਰ ਰਿਹਾ ਹਾਂ ਔਰ ਉੱਥੇ ਇਹ ਵੀ ਗੁਰੂ ਦਾ ਬਚਨ ਮੰਨਣਾ ਹੈ ਤੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਇੱਕ ਗੱਲ ਹੋਰ ਵੀ ਯਾਦ ਰੱਖੋ, ਜਿਹੜੀ ਸਿੱਖੀ ਹੈ ਇਹ ਇੱਕ ਪ੍ਰੇਮ ਦਾ ਸੌਦਾ ਹੈ। ਮਹਾਂਪੁਰਖ ਇੱਕ ਇਹ ਵੀ ਵਿਚਾਰ ਦੱਸਦੇ ਸਨ ਬਈ 5 ਪ੍ਰਕਾਰ ਦੀ ਸਿੱਖੀ
ਗ੍ਰੰਥਾਂ ਵਿੱਚ ਲਿਖੀ ਹੈ। ਇੱਕ ਦੇਖਾ ਦੇਖੀ ਦੀ ਸਿੱਖੀ ਹੁੰਦੀ ਹੈ। ਇੱਕ ਨੂੰ ਦੇਖ ਲਿਆ ਬਈ ਫਲਾਣੇ ਨੇ ਦਸਤਾਰ ਬੰਨ੍ਹ ਲਈ, ਆਪਾਂ ਵੀ ਬੰਨ੍ਹਣ ਲੱਗ ਪਏ। ਇੱਕ ਨੇ ਅੰਮ੍ਰਿਤ ਛਕ ਲਿਆ, ਦੇਖ ਕੇ ਆਪਾਂ ਵੀ ਮਨ ਬਣਾ ਲਿਆ ਅੰਮ੍ਰਿਤ ਛਕ ਲਈਏ। ਇਹ ਦੇਖਾ ਦੇਖੀ ਦੀ ਸਿੱਖੀ ਹੈ। ਜਦੋਂ ਇੱਕ ਨੇ ਛੱਡ ਦਿੱਤਾ ਤੇ ਤੁਸਾਂ ਵੀ ਛੱਡ ਦਿੱਤਾ। ਇਹ ਦੇਖਾ ਦੇਖੀ ਦੀ ਸਿੱਖੀ ਹੈ ਜੋ ਬਹੁਤੀ ਦੇਰ ਨਹੀਂ ਨਿਭਦੀ। ਇਸ ਲਈ ਦੇਖਾ ਦੇਖੀ ਦੀ ਸਿੱਖੀ ਗੁਰੂ ਮਹਾਰਾਜ ਨੇ ਪ੍ਰਵਾਨ ਨਹੀਂ ਕੀਤੀ। ਦੂਸਰੀ ਹੈ ਹਿਰਸ ਦੀ ਸਿੱਖੀ। ਕਿਸੇ ਲੋਭ ਲਾਲਚ ਵਸ਼ ਬਈ ਚਲੋ ਜੇ ਹੋਰ ਕਿਧਰੇ ਕੋਈ ਕੰਮ ਕਾਰ ਨਹੀਂ ਕਰ ਸਕਦੇ, ਗੁਰੂ ਘਰ ਦੀ ਸੇਵਾ ਹੀ ਕਰ ਲਓ, ਚਲੋ ਘੜੀ ਦੀ ਘੜੀ ਅੰਮ੍ਰਿਤ ਛਕ ਲਓ, ਕਿਰਪਾਨ ਪਾ ਲਓ, ਆਪਣਾ ਮਤਲਬ ਪੂਰਾ ਹੁੰਦਾ ਹੈ। ਕਿਸੇ ਲਾਲਚ ਵਸ, ਕਿਸੇ ਸਵਾਰਥ ਵਸ ਜੋ ਅਸੀਂ ਸਿੱਖੀ ਧਾਰਨ ਕਰਦੇ ਹਾਂ, ਇਹ ਹਿਰਸ ਦੀ ਸਿੱਖੀ ਹੈ। ਇਹਨੂੰ ਵੀ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਤੀਸਰੀ ਹੈ ਖੌਫ ਦੀ ਸਿੱਖੀ। ਖੌਫ ਕਹਿੰਦੇ ਨੇ ਡਰ ਨੂੰ। ਬਈ ਕਿਸੇ ਨੇ ਸਾਨੂੰ ਇਹ ਕਹਿ ਦਿੱਤਾ ਬਈ ਤੈਨੂੰ ਹੁਣ ਅੰਮ੍ਰਿਤ ਛਕਣਾ ਹੀ ਪਵੇਗਾ, ਤੇ ਨਹੀਂ ਤੇ ਤੂੰ ਅੱਗੇ ਲਈ ਆਪਣਾ ਸੋਚ ਲੈ। ਪਿੱਛੇ ਇੰਡੀਆ ਦੇ ਵਿੱਚ ਵੀ ਐਸਾ ਵਰਤਾਰਾ ਵਰਤਦਾ ਰਿਹਾ ਹੈ। ਖਾੜਕੂਵਾਦ ਦੇ ਦੌਰਾਨ ਸਮੇਂ ਜਿਨ੍ਹਾਂ ਨੂੰ ਉਹਨਾਂ ਨੇ ਇਹ ਕਹਿ ਦਿੱਤਾ, ਵਾਰਨਿੰਗ ਦੇ ਦਿੱਤੀ ਵੀ ਜਿਹਨੇ ਅੰਮ੍ਰਿਤ ਛਕਿਆ ਤੇ ਅੰਮ੍ਰਿਤ ਛਕ ਕੇ ਭੰਗ ਕੀਤਾ ਦੁਬਾਰਾ ਸੁਧਾਈ ਕਰਵਾਓ, ਬਾਕੀ ਵੀ ਸਾਰੇ ਅੰਮ੍ਰਿਤ ਛਕੋ। ਲੋਕ ਡਰਦੇ ਮਾਰੇ ਸਿੱਖੀ ਨੂੰ ਧਾਰਨ ਕਰਨ ਲੱਗ ਪਏ ਸਨ। ਪੁੱਛਦੇ ਸਨ ਵੀ ਕਿੱਥੇ ਅੰਮ੍ਰਿਤ ਛਕਾਇਆ ਜਾ ਰਿਹਾ ਹੈ। ਇਹ ਡਰ ਦੀ ਸਿੱਖੀ ਸੀ, ਖੌਫ ਦੀ ਸਿੱਖੀ ਸੀ। ਇਹ ਵੀ ਬਹੁਤੀ ਦੇਰ ਨਹੀਂ ਨਿਭਦੀ। ਜਦੋਂ ਡਰ ਖਤਮ ਹੋ ਜਾਂਦਾ ਤੇ ਫਿਰ ਉਹ ਸਿੱਖੀ ਵੀ ਨਾਲ ਹੀ ਜਾਂਦੀ ਰਹਿੰਦੀ। ਐਸਾ ਕੁਛ ਹੋਇਆ ਸੀ, ਵੇਖ ਰਹੇ ਹਾਂ। ਚੌਥੇ ਨੰਬਰ ਤੇ ਸਦਕ ਦੀ ਸਿੱਖੀ ਹੈ ਤੇ ਪੰਜਵੇਂ ਨੰਬਰ ਤੇ ਪ੍ਰੇਮ ਦੀ ਸਿੱਖੀ ਹੈ। ਜਿਹੜੀ ਸਦਕ ਦੀ ਸਿੱਖੀ ਹੈ ਤੇ ਪ੍ਰੇਮ ਦੀ ਸਿੱਖੀ ਹੈ, ਇਹਨੂੰ ਸਤਿਗੁਰੂ ਨੇ ਪ੍ਰਵਾਨ ਕੀਤਾ ਹੈ। ਜਦੋਂ ਅਸੀਂ ਅੰਮ੍ਰਿਤ ਛਕਣਾ ਹੈ, ਕਿਸੇ ਦੇ ਪ੍ਰੈਸ਼ਰ ਹੇਠ ਆ ਕੇ ਨਹੀਂ, ਕਿਸੇ ਦੇ ਡਰ ਦੇ ਵਿੱਚ ਆ ਕੇ ਨਹੀਂ, ਕਿਸੇ ਲੋਭ ਲਾਲਚ ਸਵਾਰਥ ਦੇ ਵਸ ਨਹੀਂ। ਹਾਂ, ਇਸ ਭਾਵਨਾ ਦੇ ਨਾਲ ਅੰਮ੍ਰਿਤ ਛਕਣਾ ਹੈ, ਗੁਰਸਿੱਖੀ ਧਾਰਨ ਕਰਨੀ ਹੈ ਕਿ ਮੈਂ ਆਪਣੇ ਜੀਵਨ ਨੂੰ ਸਵਾਰਨਾ, ਮੈਂ ਆਪਣੇ ਲੋਕ ਤੇ ਪ੍ਰਲੋਕ ਨੂੰ ਸਵਾਰਨਾ। ਇਸ ਖਿਆਲ ਦੇ ਨਾਲ ਗੁਰਸਿੱਖੀ ਨੂੰ ਧਾਰਨ ਕਰਨੀ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ। ਅਸੀਂ ਲੋਕ ਤੇ ਪ੍ਰਲੋਕ ਨੂੰ ਸਵਾਰਨ ਲਈ ਸਿੱਖੀ ਧਾਰਨ ਕਰਨੀ ਹੈ। ਇਹ ਸਦਕ ਦੀ ਸਿੱਖੀ ਗੁਰੂ ਨੂੰ ਪ੍ਰਵਾਨ ਹੈ। ਦੇਖ ਲਓ ਕਿੰਨੇ ਸਦਕੀ ਸਿੰਘ ਹੋਏ ਨੇ ਜਿਨ੍ਹਾਂ ਨੇ ਗੁਰਸਿੱਖੀ ਨੂੰ ਧਾਰਨ ਕੀਤਾ, ਚਾਹੇ ਉਹਨਾਂ ਨੂੰ ਸਿੱਖੀ ਦੇ ਬਦਲੇ ਕਿਤਨੀ ਵੀ ਵੱਡੀ ਕੀਮਤ ਚੁਕਾਉਣੀ ਪਈ। ਇਤਿਹਾਸ ਪੜ੍ਹ ਕੇ ਦੇਖ ਲਓ, ਉਹਨਾਂ ਨੇ ਸਿਰ ਧੜ ਦੀਆਂ ਬਾਜੀਆਂ ਲਾ ਦਿੱਤੀਆਂ, ਦੇਗਾਂ ਵਿੱਚ ਉਬਲ ਗਏ, ਬੰਦ ਬੰਦ ਕਟਵਾ ਲਿਆ, ਖੋਪਰੀਆਂ ਲੁਹਾ ਲਈਆਂ, ਪਰ ਸਦਕ ਦੀ ਸਿੱਖੀ ਐਸੀ ਦ੍ਰਿੜ ਸੀ ਤੇ ਉਹਨਾਂ ਨੇ ਸਿੱਖੀ ਵੱਲੋਂ ਮੂੰਹ ਨਹੀਂ ਸੀ ਮੋੜਿਆ। ਇਹ ਸਦਕ ਦੀ ਸਿੱਖੀ ਗੁਰੂ ਨੂੰ ਪ੍ਰਵਾਨ ਹੈ। ਪ੍ਰੇਮ ਦੀ ਸਿੱਖੀ ਗੁਰੂ ਨੂੰ ਪ੍ਰਵਾਨ ਹੈ, ਜੋ ਭਾਈ ਨੰਦ ਲਾਲ ਜੀ ਵਰਗਿਆਂ ਨੇ ਪ੍ਰਾਪਤ ਕੀਤੀ। ਗੁਰੂ ਦੀ ਸ਼ਰਨ ਵਿੱਚ ਆਏ ਧਰਮ ਦੀ ਰੱਖਿਆ ਦੀ ਖਾਤਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਨੰਦ ਲਾਲ ਜੀ, ਅਸੀਂ ਤੁਹਾਨੂੰ ਪ੍ਰੇਮ ਦੀ ਸਿੱਖੀ ਬਖਸ਼ੀ। ਸਿੱਖੀ ਪ੍ਰੇਮ ਤੇ ਸਦਕ ਦੀ ਹੀ ਸਿਰ ਤੋੜ ਨਿਭਦੀ ਹੈ। ਦੂਜੀ ਰਸਤੇ ਦੇ ਵਿੱਚ ਹੀ ਛੁੱਟ ਜਾਂਦੀ ਹੈ, ਨਿਕਲ ਜਾਂਦੀ ਹੈ। ਇਸ ਲਈ ਆਪਾਂ ਸਦਕ ਤੇ ਪ੍ਰੇਮ ਦੀ ਸਿੱਖੀ ਨੂੰ ਧਾਰਨ ਕਰਨਾ ਹੈ। ਜਦੋਂ ਇੱਕ ਵਾਰੀ ਅੰਮ੍ਰਿਤ ਛਕ ਲਿਆ, ਫਿਰ ਅਸੀਂ ਇੱਧਰ ਉੱਧਰ ਨਹੀਂ ਦੇਖਣਾ ਦੂਸਰਾ ਕੀ ਕਰ ਰਿਹਾ ਹੈ। ਉਹਦੇ ਵਿੱਚ ਕੋਈ ਢਿਲਾਈ ਆ ਜਾਵੇ ਉਹ ਨਹੀਂ ਅਸੀਂ ਦੇਖਣੀ। ਅਸਾਂ ਆਪਣੇ ਜੀਵਨ ਬਾਰੇ ਸੋਚਣਾ ਵੀ ਅਸੀਂ ਗਲਤ ਕੰਮ ਨਹੀਂ ਕੋਈ ਕਰਨਾ, ਅਸੀਂ ਗੁਰੂ ਤੋਂ ਬੇਮੁਖ ਨਹੀਂ ਹੋਣਾ, ਅਸੀਂ ਸਿੱਖੀ ਨੂੰ ਕੋਈ ਉਲਾਮਾ ਨਹੀਂ ਦਿਵਾਉਣਾ। ਜਿਹੜਾ ਅੰਮ੍ਰਿਤ ਛਕ ਕੇ ਫਿਰ ਸ਼ਰਾਬਾਂ ਪੀਵੇ, ਕੋਈ ਹੋਰ ਕੁਰੈਤਾਂ ਕਰੇ, ਸਿੱਖੀ ਨੂੰ ਉਲਾਮਾ ਹੀ ਹੈ। ਪਰ ਐਸਾ ਮੈਂ ਨਹੀਂ ਕਰਨਾ। ਇਉਂ ਸਦਕ ਦੇ ਨਾਲ ਸਿੱਖੀ ਧਾਰਨ ਕਰੋ, ਪ੍ਰੇਮ ਦੇ ਨਾਲ ਸਿੱਖੀ ਧਾਰਨ ਕਰੋ, ਫਿਰ ਸਤਿਗੁਰੂ ਤੁਹਾਡਾ ਲੋਕ ਤੇ ਪ੍ਰਲੋਕ ਸਵਾਰਦੇ ਨੇ। ਕਲਗੀਧਰ ਪਾਤਸ਼ਾਹ ਨੇ ਇੱਕ ਵਾਰੀ ਖਾਲਸੇ ਨੂੰ ਬਚਨ ਕੀਤਾ ਸੀ, ਖਾਲਸਾ ਜੀ, ਜਦੋਂ ਇੱਕ ਵਾਰੀ ਕੋਈ ਗੁਰੂ ਦਾ ਸਿੱਖ ਗੁਰੂ ਤੇ ਭਰੋਸਾ ਧਾਰਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ
ਤੇ ਮੈਂ ਉਸ ਨੂੰ ਕਦੇ ਜਮਾਂ ਦੇ ਵਸ ਨਹੀਂ ਪੈਣ ਦਿੰਦਾ। ਕਿੱਡੀ ਵੱਡੀ ਜ਼ਿੰਮੇਵਾਰੀ ਸਤਿਗੁਰੂ ਆਪਣੇ ਸਿਰ ਤੇ ਲੈਂਦੇ ਨੇ। ਗੁਰਸਿੱਖਾ, ਜੇ ਤੂੰ ਇੱਕ ਵਾਰੀ ਮੇਰਾ ਬਣ ਜਾਵੇਂ, ਮੈਂ ਤੈਨੂੰ ਜਮਾਂ ਦੇ ਵਸ ਨਹੀਂ ਪੈਣ ਦੇਵਾਂਗਾ। ਇੱਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ, ਮੇਰਾ ਪੁੱਤਰ ਬਣ, ਮੈਂ ਤੈਨੂੰ ਜਮਾਂ ਦੇ ਵਸ ਨਹੀਂ ਪੈਣ ਦੇਵਾਂਗਾ। ਤੇ ਨਾਲ ਦੂਸਰਾ ਬਚਨ ਇਹ ਕੀਤਾ, ਜੇ ਗੁਰਸਿੱਖ ਕਿਸੇ ਆਪਣੀ ਗਲਤੀ ਕਾਰਨ ਭੁੱਲ ਭੁਲੇਖੇ ਨਰਕਾਂ ਵਿੱਚ ਵੀ ਜਾ ਕੇ ਡਿੱਗ ਪਵੇ, ਤੇ ਜੇ ਮੇਰੇ ਸਿੱਖ ਉਤੇ ਸਿੱਖੀ ਦੀ ਮੋਹਰ ਬਰਕਰਾਰ ਹੈ, ਜਿਹੜੇ ਸਿਰ ਦੇ ਕੇਸ ਨੇ ਸਾਬਤ ਸੂਰਤ ਹੈ, ਸਿੱਖੀ ਦੀ ਮੋਹਰ ਹੈ, ਇਹਨੂੰ ਯਾਦ ਰੱਖੋ। ਕਲਗੀਧਰ ਪਾਤਸ਼ਾਹ ਨੇ ਆਖਿਆ, ਜੇ ਮੇਰਾ ਸਿੱਖ ਭੁੱਲ ਭੁਲੇਖੇ ਨਰਕਾਂ ਵਿੱਚ ਵੀ ਜਾ ਕੇ ਡਿੱਗ ਪਵੇ, ਜੇ ਉਹਦੇ ਸਿਰ ਉਤੇ ਸਿੱਖੀ ਦੀ ਮੋਹਰ ਕਾਇਮ ਹੈ, ਸਿਰ ਦੇ ਕੇਸ ਸਾਬਤ ਸੂਰਤ ਉਸ ਦੇ ਪਾਸ ਸੰਭਾਲ ਕੇ ਰੱਖੀ ਹੋਈ ਹੈ, ਕਾਢੀ ਨਰਕ ਤੇ ਤੋਹ, ਮੈਂ ਆਪਣੇ ਸਿੱਖ ਨੂੰ ਨਰਕਾਂ ਵਿੱਚੋਂ ਪਛਾਣ ਕੇ ਵੀ ਬਾਹਰ ਕੱਢ ਲੈਣਾ ਹਾਂ। ਇਹ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਏਡੇ ਵੱਡੇ ਪਰਉਪਕਾਰ ਕੀਤੇ ਨੇ। ਲੋਕ ਤੇ ਪ੍ਰਲੋਕ ਸਵਾਰਨ ਦੇ ਲਈ ਸਾਨੂੰ ਐਸੀ ਪਵਿੱਤਰ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਤੇ ਸਾਨੂੰ ਚਾਹੀਦਾ ਹੈ ਆਪਾਂ ਖਾਲਸੇ ਦਾ ਜਨਮ ਦਿਹਾੜਾ ਹਰ ਸਾਲ ਮਨਾ ਲੈਂਦੇ ਹਾਂ, ਬੜੀ ਅੱਛੀ ਗੱਲ ਹੈ। ਪਰ ਕਈ ਵਾਰੀ ਦਾ ਸੋਚਦਾ ਹੁੰਦਾ ਹੈ, ਚਲੋ ਜਿਨ੍ਹਾਂ ਨੇ ਗੁਰੂ ਦੀ ਸਿੱਖੀ ਦੀ ਕੁਲ ਵਿੱਚ ਜਨਮ ਲਿਆ ਹੈ, ਅੰਮ੍ਰਿਤ ਛਕਦੇ ਨੇ, ਉਹਨਾਂ ਲਈ ਤੇ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਧੰਨਤਾ ਯੋਗ ਹੈ, ਔਰ ਉਹ ਵਧਾਈ ਦੇ ਪਾਤਰ ਨੇ। ਪਰ ਜਿਨ੍ਹਾਂ ਨੇ ਹਾਲੇ ਸਿੱਖੀ ਦੀ ਕੁਲ ਵਿੱਚ ਜਨਮ ਹੀ ਨਹੀਂ ਲਿਆ, ਉਹਨਾਂ ਨੂੰ ਵੀ ਚਾਹੀਦਾ ਹੈ ਉਹ ਵੀ ਗੁਰੂ ਵੱਲੋਂ ਮੁਬਾਰਕਬਾਦ ਲੈਣ, ਉਹ ਗੁਰੂ ਦੇ ਪੁੱਤਰ ਬਣਨ। ਇਹ ਨਹੀਂ ਦੂਜਿਆਂ ਨੂੰ ਵਧਾਈ ਦੇਈ ਜਾਈਏ, ਜਿਵੇਂ ਹੁਣ ਕਿਸੇ ਦੇ ਘਰ ਪੁੱਤਰ ਪੈਦਾ ਹੋਵੇ ਅਸੀਂ ਵਧਾਈ ਦਿੰਦੇ ਹਾਂ, ਪਰ ਜੇ ਹੁਣ ਸਾਡੇ ਘਰੇ ਪੁੱਤਰ ਪੈਦਾ ਹੋਵੇ, ਲੋਕ ਸਾਨੂੰ ਆ ਕੇ ਵਧਾਈਆਂ ਦਿੰਦੇ ਨੇ। ਆਪਾਂ ਇਹ ਨਹੀਂ ਚਾਹੁੰਦੇ ਦੂਜਿਆਂ ਦੇ ਘਰੇ ਵਧਾਈਆਂ ਦੇਈਏ, ਅਸੀਂ ਆਪ ਵੀ ਵਧਾਈ ਲੈਣ ਦੇ ਹੱਕਦਾਰ ਬਣੀਏ ਨਾ। ਇਹ ਹਰ ਗੁਰਸਿੱਖ ਮਾਈ ਭਾਈ ਨੂੰ ਵਿਚਾਰ ਕਰਨੀ ਚਾਹੀਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਸਤਿਗੁਰੂ ਦਾ ਹੁਕਮ ਹੈ, ਸੋ ਸਿੱਖ ਸਕਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣਾ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਬਈ ਗੁਰੂ ਨੂੰ ਤੇ ਉਹੀ ਪਿਆਰਾ ਸਿੱਖ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਂਦਾ ਹੈ, ਤੇ ਜਿਹੜਾ ਬਈ ਆਪਣੇ ਭਾਣੇ ਵਿੱਚ ਚੱਲਦਾ ਹੈ, ਚੱਲੀ ਜਾਓ, ਕਿਸੇ ਦੀ ਮਰਜ਼ੀ ਹੈ, ਗੁਰੂ ਨਹੀਂ ਕਿਸੇ ਨੂੰ ਰੋਕਦਾ। ਆਪਣੀ ਸਾਡੀ ਇੱਛਾ ਹੈ, ਗੁਰੂ ਨਹੀਂ ਕਹਿੰਦਾ ਮੇਰੇ ਕੋਲ ਆਓ ਜਾਂ ਮੇਰੀ ਗੱਲ ਮੰਨੋ। ਇਹ ਤੇ ਸਾਡੇ ਫਰਜ਼ ਨੇ, ਅਸੀਂ ਗੁਰੂ ਕੋਲ ਜਾਣਾ ਹੈ, ਗੁਰੂ ਦੀ ਆਗਿਆ ਮੰਨਣੀ ਹੈ। ਕਿਉਂ? ਗੁਰੂ ਦੇ, ਜੇ ਅਸੀਂ ਗੁਰੂ ਤੋਂ ਪਿਆਰ ਚਾਹੁੰਦੇ ਹਾਂ, ਸਤਿਕਾਰ ਚਾਹੁੰਦੇ ਹਾਂ, ਫਿਰ ਤੇ ਗੁਰੂ ਦੀ ਆਗਿਆ ਮੰਨਣੀ ਪਵੇਗੀ। ਜੇ ਪੁੱਤਰ ਆਖੇ, ਪਿਤਾ ਜੀ ਮੈਂ ਤੁਹਾਡੀ ਖੁਸ਼ੀ ਲੈਣੀ ਹੈ, ਤੇ ਫਿਰ ਪਿਤਾ ਇਹੀ ਗੱਲ ਆਖਦਾ, ਪੁੱਤਰ ਮੇਰਾ ਕਹਿਣਾ ਮੰਨ, ਜੋ ਮੈਂ ਕਹਾਂ ਮੇਰੀ ਗੱਲ ਮੰਨ, ਤੇ ਜੋ ਆਖੇਗਾ ਉਹੀ ਕੁਛ ਮਿਲ ਸਕਦਾ ਹੈ। ਜੇ ਹੁਣ ਪੁੱਤਰ ਇਹ ਗੱਲ ਆਖੇ, ਮੈਂ ਕਰਨੀ ਤੇ ਆਪਣੀ ਮਰਜ਼ੀ ਹੈ, ਪਰ ਮੈਂ ਤੇਰੇ ਕੋਲੋਂ ਵੀ ਜੋ ਲੋੜ ਹੈ ਮੈਂ ਲਵਾਂਗਾ, ਫਿਰ ਪਿਤਾ ਕੁਝ ਤੇ ਸੋਚੇਗਾ, ਚਲੋ ਮੇਰਾ ਪੁੱਤਰ ਹੈ, ਕੁਛ ਨਾ ਕੁਛ ਉਸ ਨੂੰ ਦੇ ਵੀ ਦੇਵੇਗਾ। ਪਰ ਜੇ ਹੁਣ ਪੁੱਤਰ ਇਹ ਗੱਲ ਆਖੇ, ਮੈਂ ਤਾਂ ਤੇਰੀ ਇੱਕ ਵੀ ਗੱਲ ਨਹੀਂ ਮੰਨਣੀ, ਤੇ ਲੈਣਾ ਸਾਰਾ ਕੁਝ ਤੇਰੇ ਕੋਲੋਂ ਹੈ, ਫਿਰ ਪਿਤਾ ਦਾ ਮਨ ਪਿੱਛੇ ਹਟ ਜਾਵੇਗਾ। ਉਹ ਆਖੇਗਾ, ਤੂੰ ਮੇਰੀ ਗੱਲ ਤੇ ਕੋਈ ਮੰਨਦਾ ਨਹੀਂ, ਤੇ ਮੈਂ ਤੈਨੂੰ ਸਾਰਾ ਕੁਝ ਕਿਵੇਂ ਦੇ ਸਕਦਾ ਹਾਂ? ਪਹਿਲਾਂ ਮੇਰੀ ਗੱਲ, ਮੇਰੀ ਆਗਿਆ, ਮੇਰਾ ਹੁਕਮ ਮੰਨਣਾ ਪਵੇਗਾ, ਫਿਰ ਸਭ ਕੁਝ ਤੈਨੂੰ ਮਿਲ ਸਕਦਾ ਹੈ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਤੇ ਗੁਰੂ ਮਹਾਰਾਜ ਵੀ ਕਹਿੰਦੇ ਨੇ, ਤੂੰ ਮੇਰਾ ਬਣ ਤੇ ਸਹੀ, ਜਦੋਂ ਤੂੰ ਮੇਰਾ ਬਣ ਜਾਵੇਂਗਾ ਫਿਰ ਸਭ ਕੁਝ ਤੇਰੇ ਹਵਾਲੇ ਮੈਂ ਕਰ ਦੇਵਾਂਗਾ। ਇਸ ਲਈ ਆਪਾਂ ਉਸ ਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰਨੀਆਂ ਜਿਸ ਗੁਰੂ ਨੇ ਸਾਡੀ ਖਾਤਰ ਸਰਬੰਸ ਵਾਰ ਦਿੱਤਾ। ਕਦੇ ਸਤਿਗੁਰੂ ਦੇ ਪਰਉਪਕਾਰ ਵੀ ਚੇਤੇ ਕਰਨੇ ਚਾਹੀਦੇ ਨੇ। ਕਲਗੀਧਰ ਪਾਤਸ਼ਾਹ ਜਦੋਂ ਮਾਤਾ ਪਿਤਾ ਚਾਰੇ ਪੁੱਤਰ ਕੁਰਬਾਨ ਕਰਕੇ
ਸਾਬੋ ਕੀ ਤਲਵੰਡੀ ਸ਼੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇ ਔਰ ਉੱਥੇ ਆ ਕੇ ਸਾਡੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਆ ਕੇ ਮਿਲੇ। ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਹਿਬਜ਼ਾਦੇ ਕਿੱਥੇ ਨੇ? ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਬੜੇ ਪਿਆਰ ਵਿੱਚ ਤੇ ਵਜਦ ਵਿੱਚ ਆ ਕੇ ਇਹ ਬਚਨ ਆਖੇ ਸਨ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਤਿਗੁਰੂ ਨੇ ਸਾਨੂੰ ਆਪਣੇ ਪੁੱਤਰ ਬਣਾਇਆ। ਕੋਈ ਪਿਤਾ ਦੂਸਰੇ ਦੀ ਖਾਤਰ ਆਪਣਾ ਪੁੱਤਰ ਨਹੀਂ ਕੁਰਬਾਨ ਕਰਦਾ। ਤੁਸੀਂ ਕਿਸੇ ਰਾਜੇ ਮਹਾਰਾਜੇ ਵੱਲ ਨਿਗਾਹ ਮਾਰ ਕੇ ਦੇਖੋ, ਪੀਰਾਂ ਪੈਗੰਬਰਾਂ ਵੱਲ ਨਿਗਾਹ ਮਾਰ ਕੇ ਦੇਖੋ, ਹੁਣ ਦੇ ਜਥੇਦਾਰਾਂ ਲੀਡਰਾਂ ਵੱਲ ਵੀ ਨਿਗਾਹ ਮਾਰ ਕੇ ਦੇਖ ਲਓ, ਕੋਈ ਕਿਸੇ ਦੀ ਖਾਤਰ ਪੁੱਤ ਵਾਰਦਾ। ਪਰ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹੀ ਇੱਕ ਮਹਾਨ ਦੇਣ ਸੀ। ਉਹਨਾਂ ਨੇ ਸਿੱਖਾਂ ਦੀ ਖਾਤਰ ਪੁੱਤ ਵਾਰੇ, ਕਿੱਡੀ ਵੱਡੀ ਗੱਲ ਹੈ। ਪਰ ਅਸੀਂ ਫੇਰ ਵੀ ਉਹਨਾਂ ਦੇ ਪੁੱਤਰ ਬਣਨ ਲਈ ਤਿਆਰ ਨਹੀਂ। ਕਿੰਨੀ ਅਫਸੋਸ ਦੀ ਗੱਲ ਹੈ, ਕਿੰਨੀ ਦੁੱਖ ਦੀ ਗੱਲ ਹੈ। ਹੁਣ ਸਤਿਗੁਰੂ ਇਦੋਂ ਪਰੇ ਹੋਰ ਕਰ ਵੀ ਕੀ ਸਕਦੇ ਸਨ ਸਾਡੀ ਖਾਤਰ? ਮਾਤਾ ਪਿਤਾ ਵਾਰ ਦਿੱਤੇ, ਚਾਰੇ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ। ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ, ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਜੇ ਵੀ ਕਿਸੇ ਨੇ ਗੁਰੂ ਧਾਰਨ ਕਰਨਾ ਹੋਵੇ ਤੇ ਫਿਰ ਗੁਰੂ ਵੀ ਐਸਾ ਹੋਵੇ ਜਿਹੋ ਜਿਹੇ ਕਲਗੀਧਰ ਪਾਤਸ਼ਾਹ ਮਾਤਾ ਗੁਜਰੀ ਜੀ ਦੇ ਲਾਲ ਸਨ। ਵਾਰ ਪਰਿਵਾਰ ਚਾਰ ਬੱਚਿਆਂ ਕੋ ਹਾਏ ਦੇਵੇ, ਦੇਸ਼ ਕੌਮ ਉਤੋਂ ਕੁਰਬਾਨ ਵਾਲ ਵਾਲ ਜੀ। ਇਹ ਕਲਗੀਧਰ ਪਾਤਸ਼ਾਹ ਦੇ ਪਰਉਪਕਾਰ ਉਸਨੇ ਯਾਦ ਕਰਵਾਏ ਨੇ। ਜਿਹੜਾ ਗੁਰੂ ਆਪਣੇ ਚਾਰ ਬੱਚਿਆਂ ਨੂੰ ਕੁਰਬਾਨ ਕਰ ਦੇਵੇ, ਦੇਸ਼ ਕੌਮ ਪੰਥ ਦੀ ਖਾਤਰ ਆਪਣਾ ਸਰਬੰਸ ਵਾਰ ਦੇਵੇ, ਜੇ ਗੁਰੂ ਧਾਰਨ ਕਰਨਾ ਐਸੇ ਗੁਰੂ ਨੂੰ ਧਾਰਨ ਕਰੋ। ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਪਿਆਰਿਆਂ ਦੀ ਢਾਲ ਜੀ। ਜੇ ਗੁਰੂ ਧਾਰਨ ਕਰਨਾ ਇਹੋ ਜਿਹਾ ਗੁਰੂ ਹੋਵੇ, ਅੰਮ੍ਰਿਤ ਦਾ ਸੋਮਾ ਹੋਵੇ, ਜਿਹੜਾ ਅੰਮ੍ਰਿਤ ਦੀਆਂ ਦਾਤਾਂ ਸਾਨੂੰ ਵੰਡਣ ਵਾਲਾ ਹੋਵੇ। ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀਆਂ ਦਾਤਾਂ ਵੰਡੀਆਂ। ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਤਪਦੇ ਮਨਾਂ ਨੂੰ ਜਿਹੜਾ ਐਨ ਸ਼ਾਂਤ ਕਰ ਦੇਵੇ। ਤੇ ਫਿਰ ਸੰਤਾਂ ਦਾ ਸਹਾਈ, ਜਿਹੜੇ ਸੰਤ ਧਰਮੀ ਪੁਰਖ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੀ ਬਾਹ ਫੜਨ ਵਾਲਾ ਹੋਵੇ। ਪਿਆਰਿਆਂ ਦੀ ਢਾਲ ਜੀ, ਜਿਹੜੇ ਪਿਆਰੇ ਨੇ ਗੁਰੂ ਦੇ, ਉਹਨਾਂ ਦੀ ਢਾਲ ਬਣ ਕੇ ਰੱਖਿਆ ਕਰ ਸਕੇ। ਤੇ ਫਿਰ ਅਖੀਰਲੀ ਪੰਕਤੀ ਵਿੱਚ ਉਹ ਕਵੀ ਲਿਖਦਾ ਹੈ, ਸਾਰੀ ਰਾਤ ਪਹਿਰਾ ਦੇਵੇ ਆਪ ਚੌਕੀਦਾਰ ਹੋ ਕੇ, ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਜੇ ਗੁਰੂ ਧਾਰਨ ਕਰਨਾ ਤੇ ਇਹੋ ਜਿਹਾ ਗੁਰੂ ਹੋਵੇ। ਭਾਈ ਜੋਗਾ ਸਿੰਘ ਕਲਗੀਧਰ ਪਾਤਸ਼ਾਹ ਦੇ ਕੋਲ ਹਾਜ਼ਰ ਹੋਇਆ। ਨੌਜਵਾਨ ਅਵਸਥਾ ਸੀ। ਬਿਲਾਸ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਪੁੱਛਿਆ, ਉਹ ਚੰਗੀਆ ਤੇਰਾ ਨਾਮ ਕੀ ਹੈ? ਤੇ ਉਸਨੇ ਅੱਗੋਂ ਜਵਾਬ ਦਿੱਤਾ, ਸੱਚੇ ਪਾਤਸ਼ਾਹ ਮੇਰਾ ਨਾਮ ਹੈ ਭਾਈ ਜੋਗਾ। ਜਿਵੇਂ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਹਾਂ, ਭਾਈ ਨਾਮ ਦੱਸ। ਭਾਈ ਜੋਗਾ ਸਿੰਘ ਨੇ ਆਖਿਆ, ਮੇਰਾ ਨਾਮ ਹੈ ਭਾਈ ਜੋਗਾ। ਸਤਿਗੁਰੂ ਨੇ ਫਿਰ ਹੱਸ ਕੇ ਪੁੱਛਿਆ, ਭਾਈ ਤੂੰ ਕਿਹਦੇ ਜੋਗਾ ਹੈ? ਤੇਰਾ ਨਾਮ ਤੇ ਜੋਗਾ ਹੈ, ਪਰ ਤੂੰ ਇਹ ਵੀ ਦੱਸ ਤੂੰ ਕਿਹਦੇ ਜੋਗਾ ਹੈ? ਜਦੋਂ ਇਹ ਗੱਲ ਆਖੀ ਤੇ ਇਸ ਦੇ ਕੋਈ ਪਿਛਲੇ ਸੰਸਕਾਰ ਜਾਗ ਪਏ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਤੇ ਤੁਹਾਡੇ ਜੋਗਾ ਹਾਂ। ਜਦੋਂ ਕਲਗੀਧਰ ਪਾਤਸ਼ਾਹ ਨੇ ਇਸ ਗੱਲ ਨੂੰ ਸੁਣਿਆ, ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਭਾਈ ਜੋਗਾ ਸਿੰਘ ਸੱਚ ਆਖਦਾ ਹੈ? ਤੂੰ ਗੁਰੂ ਜੋਗਾ ਹੈ, ਤੂੰ ਸਾਡੇ ਜੋਗਾ ਹੈ? ਕਹਿੰਦਾ, ਮਹਾਰਾਜ ਹਾਂ ਮੈਂ ਸੱਚ ਆਖਦਾ ਹਾਂ। ਕਲਗੀਧਰ ਪਾਤਸ਼ਾਹ ਨੇ ਫਿਰ ਤੀਜੀ ਵਾਰੀ ਆਖਿਆ, ਭਾਈ ਜੋਗਾ ਸਿੰਘ ਗੁਰੂ ਜੋਗਾ ਹੋਣਾ ਬਹੁਤ ਔਖਾ ਹੈ। ਸੋਚ ਲੈ, ਤੂੰ ਇਹ ਕਹਿ ਤੇ ਦਿੱਤਾ ਮੈਂ ਗੁਰੂ ਜੋਗਾ ਹਾਂ, ਗੁਰੂ ਜੋਗਾ ਹੋਣਾ ਬੜਾ ਔਖਾ ਹੈ। ਕਹਿੰਦਾ, ਨਹੀਂ ਮਹਾਰਾਜ ਮੈਂ ਤੇ ਤੁਹਾਡੇ ਜੋਗਾ ਹੀ ਹਾਂ। ਕਲਗੀਧਰ ਪਾਤਸ਼ਾਹ ਨੇ ਖੁਸ਼ ਹੋ ਕੇ ਆਖਿਆ, ਭਾਈ ਜੋਗਾ ਸਿੰਘ ਜੇ ਤੂੰ ਗੁਰੂ ਜੋਗਾ ਹੈ ਤੇ ਫਿਰ ਗੁਰੂ ਤੇਰੇ ਜੋਗਾ। ਗੁਰੂ ਦੇ ਬਚਨ ਹੋ ਗਏ।
ਪ੍ਰਸੰਗ ਲੰਬਾ ਹੈ। ਭਾਈ ਜੋਗਾ ਸਿੰਘ ਦਾ ਵਿਆਹ ਨਿਯਤ ਹੋਇਆ, ਮਾਤਾ ਪਿਤਾ ਲੈਣ ਵਾਸਤੇ ਆਏ। ਸਤਿਗੁਰੂ ਤੋਂ ਆਗਿਆ ਲੈ ਕੇ ਭਾਈ ਜੋਗਾ ਸਿੰਘ ਵਿਆਹ ਕਰਵਾਉਣ ਲਈ ਪਿਸ਼ੌਰ ਦੇ ਵਿੱਚ ਪਹੁੰਚ ਜਾਂਦਾ ਹੈ, ਕਿਉਂਕਿ ਮਾਤਾ ਪਿਤਾ ਪਿਸ਼ੌਰ ਵਿੱਚ ਰਹਿੰਦੇ ਸਨ। ਔਰ ਉੱਥੇ ਜਦੋਂ ਵਿਆਹ ਦਾ ਦਿਨ ਨਿਯਤ ਹੋਇਆ, ਰਾਗੀ ਸਿੰਘ ਕੀਰਤਨ ਕਰ ਰਹੇ ਸਨ, ਗ੍ਰੰਥੀ ਸਿੰਘ ਲਾਵਾਂ ਪੜ੍ਹ ਰਿਹਾ ਸੀ, ਆਨੰਦ ਕਾਰਜ ਹੋਣ ਲੱਗਿਆ। ਇੱਕ ਗੁਰਸਿੱਖ ਨੇ ਅਚਾਨਕ ਆ ਕੇ ਗੁਰੂ ਦਾ ਹੁਕਮਨਾਮਾ ਹੱਥ ਵਿੱਚ ਦੇ ਦਿੱਤਾ। ਉਸ ਹੁਕਮਨਾਮੇ ਵਿੱਚ ਕਲਗੀਧਰ ਪਾਤਸ਼ਾਹ ਦਾ ਇਹ ਹੁਕਮ ਲਿਖਿਆ ਹੋਇਆ ਸੀ, ਭਾਈ ਜੋਗਾ ਸਿੰਘ, ਇੱਥੇ ਤੇਰੀ ਕੋਈ ਜ਼ਰੂਰੀ ਲੋੜ ਹੈ, ਤੇਰੇ ਗੋਚਰਾ ਕੋਈ ਗੁਰੂ ਘਰ ਦਾ ਕੰਮ ਹੈ, ਤੇ ਤੈਨੂੰ ਫੌਰਨ ਇੱਥੇ ਅਸੀਂ ਆਪਣੇ ਪਾਸ ਬੁਲਾਇਆ। ਕਿੰਨਾ ਵੀ ਤੂੰ ਜ਼ਰੂਰੀ ਕੰਮ ਕਰ ਰਿਹਾ ਹੈ, ਤੂੰ ਉਹ ਕੰਮ ਛੱਡ ਕੇ ਸਾਡੇ ਕੋਲ ਆ, ਕਿਉਂਕਿ ਤੇਰਾ ਬਚਨ ਹੋਇਆ ਮੈਂ ਗੁਰੂ ਜੋਗਾ ਹਾਂ।